सत्कारयोग दोस्तों, मैं त्रिलोचन सिंह रंगकर्मी समराला तो सब तो पहला तो मैं धन्नवाद करता हाँ डॉक्टर सतीश वर्मा जी होरां दा, कुलदीप सिंह दीप जी होरां दा कि उन्होंने 1 मई नूं बहुत ही ढुकवां विशा जिहड़ा है वो रंगमंच दे खोजार्थियों सामने साडे सामने रखे है ताकि असी उस विषय तो जिहड़ा बहुत अणछोया विशा है वो तो कुछ ग्रहण कर सकीए, कुछ असी पहला नालों सियाणे हो सकीए। विशा है कि सर्वहारा वर्ग है जिहड़ा ਉਹਦੀ ਨਾਟਕਾਂ ਦੇ ਵਿੱਚ ਪ੍ਰਤੀਨਿਧਤਾ ਜਾਂ ਉਹਦਾ ਕਿੱਥੇ ਕਿੰਨਾ ਕੁ ਜ਼ਿਕਰ ਹੈ ਇਸ ਸਬਜੈਕਟ ਦੇ ਉੱਤੇ ਜਦੋਂ ਗੱਲ ਕਰਦੇ ਆ ਤਾਂ ਕੁਝ ਗਿਣੇ ਚੁਣੇ ਬੁੱਧੀਜੀਵੀਆਂ ਤੋਂ ਬਾਅਦ ਇਹ ਗੱਲ ਮੁੱਕ ਜਾਂਦੀ ਹੈ ਕਿ ਯਾਰ ਸਰਵਹਾਰਾ ਕੀ ਹੋਇਆ। ਬਹੁਤ ਸਾਰੇ ਲੋਕ ਉਹਦਾ ਪੰਜਾਬੀ ਚ ਅਨੁਵਾਦ ਕਰ ਦਿੰਦੇ ਨੇ ਕਿ ਸਰਵਹਾਰਾ ਦਰਅਸਲ ਪ੍ਰੋਲੇਤਾਰੀ ਹੁੰਦਾ ਹੈ। ਇਹ ਸ਼ਾਇਦ ਉਹ ਤੋਂ ਵੀ ਸੰਕਟ ਵਾਲੀ ਗੱਲ ਹੋ ਜਾਂਦੀ ਹੈ। ਜੇ ਇਹਨੂੰ ਥੋੜਾ ਸੌਖਾ ਕਰਕੇ ਦੇਖਣਾ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਈਵਨ ਮੈਂ ਮਾਰਕਸ ਦੇ ਰੈਫਰੈਂਸ ਨਾਲ ਵੀ ਕਹਿ ਸਕਦਾ ਕਿ ਜਿਹੜਾ ਇਸ ਵਿਚਾਰਧਾਰਾ ਦਾ ਇਸ ਗੱਲ ਦਾ ਸਭ ਤੋਂ ਪਹਿਲਾ ਵੱਡਾ ਉਸਤਾਦ ਜਾਂ ਸਭ ਤੋਂ ਪਹਿਲਾ ਇਹਦਾ ਨੀਤੀ ਘਾੜਾ ਜਾਂ ਘਾੜਾ ਕਿਹਾ ਜਾ ਸਕਦਾ ਹੈ। ਉਹ ਕਹਿੰਦੇ ਕਿ ਪ੍ਰੋਲੇਤਾਰੀ ਜਾਂ ਸਰਵਹਾਰਾ ਜਾਂ ਜਿਹੜਾ ਲੁੱਟਿਆ ਪੁੱਟਿਆ ਉਹ ਹੁੰਦਾ ਹੈ ਜਿਹਦੇ ਕੋਲ ਗਾਉਣ ਲਈ ਹੱਥਾਂ ਪੈਰਾਂ ਦੀਆਂ ਬੇੜੀਆਂ ਤੋਂ ਬਿਨਾਂ ਕੁਝ ਨਹੀਂ ਹੁੰਦਾ ਤੇ ਜਿੱਤਣ ਲਈ ਸੰਸਾਰ ਪਿਆ ਹੁੰਦਾ ਹੈ। ਉਹ ਇਸ ਕਰਕੇ ਵੀ ਇਹਨੂੰ ਜਿਹੜਾ ਹੈਗਾ ਇਸ ਸਮਾਜਿਕ ਤਬਦੀਲੀ ਦਾ ਧੁਰਾ ਮੰਨਦੇ ਨੇ ਕਿ ਇਹ ਵਰਗ ਜਿਹੜਾ ਹੈ ਇਹਦੇ ਕੋਲ ਉਹੋ ਜਿਹਾ ਕੁਛ ਨਹੀਂ ਹੈ ਜਿਹਦੇ ਨਾਲ ਜੁੜ ਕੇ ਇਹ ਕੋਈ ਨਾ ਕੋਈ ਹੋਰ ਰਸਤਾ ਅਖਤਿਆਰ ਕਰੇ। ਮੈਂ ਅੱਜ ਦੇ ਸਿਰਜਕਾਂ ਦੀ ਜਿਨ੍ਹਾਂ 'ਚ ਅਸੀਂ ਸਾਰੇ ਲੋਕ ਸ਼ਾਮਲ ਹਾਂ ਜੇ ਇਹ ਗੱਲ ਕਰੀਏ ਤਾਂ ਅਸੀਂ ਲੋਕ ਉਹ ਹਾਂ ਜਿਹੜੇ ਨਾਟਕ ਲਿਖਦੇ ਹਾਂ, ਜਿਹੜੇ ਕਹਾਣੀਆਂ ਲਿਖਦੇ ਹਾਂ, ਜਿਹੜੇ ਈਵਨ ਸਟਰਗਲ ਕਰਦੇ ਹਾਂ ਪੰਜਾਬ ਦੇ ਪ੍ਰਸੰਗ ਵਿੱਚ, ਉਹ ਹਾਂ ਜਿਹੜੇ ਜਿਨ੍ਹਾਂ ਕੋਲ ਗਾਉਣ ਨੂੰ ਕਾਫੀ ਕੁਛ ਹੈ। ਕਿ ਕਿਸੇ ਦੇ ਕੋਲ ਇਹ ਹੈ ਕਿ ਵੱਡਾ ਘਰ ਹੈ, ਬੱਚੇ ਹਨ, ਉਹਨਾਂ ਦਾ ਫਿਊਚਰ ਹੈ, ਕਾਰਾਂ ਨੇ, ਬੈਂਕ ਬੈਲੈਂਸ ਹੈ, ਜ਼ਮੀਨਾਂ ਨੇ, ਕਾਫੀ ਕੁਛ ਗਾਉਣ ਨੂੰ ਹੈ। ਮਾਰਕਸ ਹੋਰਾਂ ਦੇ ਜੇ ਇੱਕ ਡੈਫੀਨੇਸ਼ਨ ਨੂੰ ਵੀ ਥੋੜ੍ਹਾ ਜਿਹਾ, ਕੋਈ ਲੰਬੀਆਂ ਡੈਫੀਨੇਸ਼ਨਾਂ ਹੁੰਦੀਆਂ ਨੇ, ਉਹਨੂੰ ਅਗਰ ਇੱਕ ਲਾਈਨ ਸੂਤਰ ਜੇ ਦੇਖੀਏ ਕਿ ਉਹ ਵਰਗ ਜਿਹਨੇ ਅਸਲ ਦੇ ਵਿੱਚ ਸਮਾਜ ਦੇ ਬਾਕੀ ਸਾਰੇ ਵਰਗਾਂ ਦਾ ਕਲਿਆਣ ਕਰਕੇ ਨਵਾਂ ਸਮਾਜ ਸਿਰਜਣਾ ਹੈ, ਉਹ ਹੈ ਜਿਹੜਾ ਸਰਵਹਾਰਾ ਵਰਗ ਹੈ, ਜਿਹੜਾ ਪ੍ਰੋਲੇਤਾਰੀ ਵਰਗ ਹੈ, ਜਿਹੜਾ ਫੈਕਟਰੀਆਂ ਦੇ ਵਿੱਚ ਧੱਕੇ ਖਾਂਦਾ। ਤੁਸੀਂ ਸਰਵਹਾਰਾ ਵਰਗ ਦੇ ਜੇ ਦਰਸ਼ਨ ਕਰਨੇ ਹੈ, ਲੁਧਿਆਣੇ ਦੀਆਂ ਮਿੱਲਾਂ 'ਚੋਂ ਨਿਕਲ ਕੇ ਉਹਨਾਂ ਦੇ ਨਾਲ ਤੁਰ ਪਿਓ, ਜਿੱਥੇ ਜਾ ਕੇ ਉਹ ਰਹਿੰਦੇ ਨੇ, ਸੌਂਦੇ ਨੇ, ਉਹਨਾਂ ਕੋਠੜੀਆਂ ਦੀ ਹਾਲਤ ਦੇਖੋਗੇ, ਉਹਨਾਂ ਕੋਲ ਕੁਛ ਨਹੀਂ ਹੈ ਤੇ ਉਹ ਅੱਜ ਵੀ ਉਹ ਕੋਠੜੀਆਂ ਦੇ ਵਿਚਾਲੇ ਕੋਈ ਨਾ ਕੋਈ ਮੰਦਰ ਬਣਾ ਕੇ ਉਹ ਤੋਂ ਆਸ ਕਰਦੇ ਨੇ ਕਿ ਸਾਡਾ ਕੋਈ ਭਲਾ ਹੋ ਜੇ। ਦਰਅਸਲ ਉਹ ਵਰਗ ਹੈ ਜਿਹੜਾ ਸਭ ਤੋਂ ਵੱਧ ਗਤੀਸ਼ੀਲ ਵਰਗ ਹੈ, ਜਿਹਦੇ ਬਾਰੇ ਇੰਗਲਸ ਜਾਂ ਦੂਜੇ ਜਿਹੜੇ ਵਿਦਵਾਨ ਨੇ ਉਹ ਇਹ ਕਹਿੰਦੇ ਨੇ ਕਿ ਇਹ ਵਰਗ ਹੈ ਜਿਹੜਾ ਇਹ ਸਭ ਤੋਂ ਵੱਧ ਜਿਹੜਾ ਹੈਗਾ ਟੈਕਨੀਕਲੀ ਸਾਊਂਡ ਵਰਗ ਹੈ। ਇਹਨਾਂ ਦੀ ਕਿਰਤ ਦੀ ਕਿਸਮ ਬਹੁਤ ਬਰੀਕ ਹੈ, ਜਿਸ ਕਰਕੇ ਇਹ ਸਮਾਜ ਦਾ ਬਰੀਕੀ ਨਾਲ ਅਧਿਐਨ ਤੇ ਸਮਾਜ ਨੂੰ ਬਰੀਕੀ ਨਾਲ ਸੋਚ ਕੇ ਬਦਲ ਸਕਦੀ ਹੈ। ਇਹ ਸਰਵਹਾਰਾ ਵਰਗ ਹੈ। ਪਰ ਜਦੋਂ ਅਸੀਂ ਇਸ ਮਹੱਤਵਪੂਰਨ ਵਰਗ ਦੀ, ਜਿਹਦੀ 1 ਮਈ ਨੂੰ ਅਸੀਂ ਹਰ ਸਾਲ ਯਾਦ ਮਨਾਉਂਦੇ ਹਾਂ, ਜਿਹਨੂੰ ਹਰ ਸਾਲ ਕਹਿੰਦੇ ਹਾਂ ਕਿ ਇਹ ਸਾਡੇ ਮਜ਼ਦੂਰ ਵਰਗ ਦਾ ਦਿਨ ਹੈ, ਅਸੀਂ ਚਲੋ ਅੱਜ ਇਹ 'ਤੇ ਪਿਛਲ ਝਾਤ ਜੀ ਮਾਰੀਏ ਕਿ ਅਸੀਂ ਇਹਦੇ 'ਤੇ ਰੰਗਮੰਚ ਦੇ ਖੇਤਰ 'ਚ, ਨਾਟਕਾਂ ਦੇ ਖੇਤਰ ਦੇ ਵਿੱਚ ਇਹਨੂੰ ਕਿੰਨੀ ਕੁ ਪ੍ਰਤੀਨਿਧਤਾ ਦਿੱਤੀ ਹੈ, ਜੇ ਇਹਦੇ ਮਹੱਤਵ ਨੂੰ ਕਿੰਨਾ ਕੁ ਗੌਲਿਆ ਹੈ ਕਿ ਇਹ ਲਫਾਜ਼ੀ ਤਾਂ ਨਹੀਂ। ਅੱਜ ਇਸ ਵਿਸ਼ੇ ਨੂੰ ਤੁਸੀਂ ਛੋਹਿਆ, ਮੈਂ ਉਹ 'ਚ ਹਿੱਸਾ ਲੈਣ ਲਈ
ਫਿਕਸ਼ਨ ਸੀ, ਚੰਗਾ ਲੱਗਦਾ ਮੈਨੂੰ। ਤੇ ਆਓ ਆਪਾਂ ਰਲ ਕੇ ਇਸ ਵਰਗ ਦੀ ਜਿਹੜੀ ਹੈਗੀ ਜ਼ਿੰਦਗੀ ਉਹਨੂੰ ਰੂਪਮਾਨ ਹੁੰਦਾ ਦੇਖੀਏ ਨਾਟਕ ਦੇ ਰੰਗਮੰਚ ਦੇ ਖੇਤਰ ਵਿੱਚ। ਤੇ ਇਸ ਮਜ਼ਦੂਰ ਜਮਾਤ ਦੀ ਜਾਂ ਇਹ ਕਹਿ ਲਓ ਸਰਬਹਾਰਾ ਵਰਗ ਦੀ ਜਿਹੜੀ ਨੁਮਾਇੰਦਗੀ ਹੈ ਜਾਂ ਉਹਦੀ ਰੰਗਮੰਚ ਤੇ ਪੇਸ਼ਕਾਰੀ ਹੈ, ਉਹਦੇ ਦੁੱਖ ਦੀ, ਦਰਦ ਦੀ, ਉਹ ਜੇ ਮੈਂ ਓਵਰਆਲ ਦੇਖਾਂ ਕਿ 100 ਸਾਲ ਤੋਂ ਤਾਂ ਉੱਤੇ ਹੋ ਗਿਆ ਨਾ ਇਸੀ ਨੰਦਾ ਤੋਂ ਲੈ ਕੇ ਹੁਣ ਤੱਕ ਆਪਾਂ ਨੂੰ ਰੰਗਮੰਚ ਨਾਲ ਜੁੜਿਆ ਨੂੰ, ਤੇ ਪੰਜਾਬੀ ਦੇ ਵਿੱਚ ਹੀ ਕਿੰਨੇ ਨਾਟਕ ਲਿਖੇ ਗਏ ਹੋਣਗੇ। ਬਹੁਤ ਬਹੁਤ ਵੱਡਾ ਇੱਕ ਇਤਿਹਾਸ ਹੈ। ਪਰ ਉਹਦੇ ਵਿੱਚ ਜੇ ਇਸ ਵਰਗ ਦੀ ਜ਼ਿੰਦਗੀ ਦੇ ਨਾਟਕਾਂ ਦੀ ਗੱਲ ਕਰੀਏ ਤਾਂ ਸ਼ਾਇਦ ਇੱਕ ਹੱਥ ਦੇ ਪੋਟੇ ਮੁੱਕ ਜਾਣਗੇ। ਇਸ ਵਰਗ ਦਾ ਜਿਹੜਾ ਹੈਗਾ ਸਰਬਹਾਰਾ ਵਰਗ ਦੀ ਜ਼ਿੰਦਗੀ ਇੰਨੀ ਦੁੱਭਰ ਹੈ, ਜੇ ਉਹਨੂੰ ਆਪਾਂ ਰੰਗਮੰਚ ਦੇ ਪ੍ਰਸੰਗ ਦੇ ਵਿੱਚ ਦੇਖੀਏ ਤਾਂ ਬਹੁਤ ਉਹਦੇ ਮੁਕਾਬਲਤਨ ਬਾਕੀ ਨਾਟਕਾਂ ਦੇ ਮੁਕਾਬਲਤਨ ਬਹੁਤ ਘੱਟ ਲਿਖਿਆ ਗਿਆ। ਗੁਰਸ਼ਰਨ ਭਾਜੀ ਹੋਰਾਂ ਦੇ ਤੋਂ ਅਸੀਂ ਜੇ ਗੱਲ ਕਰੀਏ, ਕਿਉਂਕਿ ਉਹ ਇੱਕ ਇਸ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੇ ਜਾਂ ਇਸ ਵਰਗ ਦੀ ਗੱਲ ਕਰਨ ਵਾਲੇ ਵੱਡੇ ਨਾਟਕਕਾਰ ਹੋਏ ਨੇ। ਗੁਰਸ਼ਰਨ ਸਿੰਘ ਦੀ ਸ਼ੁਰੂਆਤ ਹੀ ਹੜਤਾਲ ਨਾਟਕ ਤੋਂ ਹੁੰਦੀ ਹੈ ਨੰਗਲ ਦੇ ਵਿੱਚ। ਉਹ ਹੜਤਾਲ ਤੋਂ ਸ਼ੁਰੂਆਤ ਤਾਂ ਹੁੰਦੀ ਹੈ, ਉਹਦੇ ਨਾਲ ਇੱਕ ਅਨੁਭਵ ਤੁਰਦਾ ਗੁਰਸ਼ਰਨ ਸਿੰਘ ਹੋਰਾਂ ਦੇ ਨਾਲ। ਗੁਰਸ਼ਰਨ ਸਿੰਘ ਹੋਰੀ ਉਸ ਫੀਲਿੰਗ ਨੂੰ, ਉਸ ਚੀਜ਼ ਨੂੰ ਲੈ ਕੇ ਤੁਰਦੇ ਨੇ ਕਿ ਇਹ ਵਰਗ ਹੈ ਜਿਹਦੀ ਗੱਲ ਹੋਣੀ ਚਾਹੀਦੀ ਹੈ, ਪਰ ਹੁਣ ਇੱਕ ਸੰਕਟ ਉਹਨਾਂ ਦੇ ਸਾਹਮਣੇ ਵੀ ਪਿਆ ਕਿ ਉਹਨਾਂ ਦਾ ਆਪਣਾ ਅਨੁਭਵ ਨੰਗਲ ਤੋਂ ਬਾਅਦ ਕਿਤੇ ਵੀ ਜਾ ਕੇ ਮਜ਼ਦੂਰ ਜਮਾਤ ਦੀਆਂ ਅੰਦਰਲੀਆਂ ਹਾਲਤਾਂ ਦੇ ਨਾਲ ਜੁੜਦਾ ਨਹੀਂ ਹੈ। ਉਂਝ ਵੈਸੇ ਜੇ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਕਿ ਸਭ ਤੋਂ ਵੱਧ ਇਸ ਵਰਗ ਦੀ ਗੱਲ ਕਰਨ ਵਾਲੇ ਨਾਟਕ, ਇਸ ਵਰਗ ਦਾ ਜ਼ਿਕਰ ਕਰਨ ਵਾਲੇ ਨਾਟਕ, ਉਹ ਲਿਖੇ ਤਾਂ ਗੁਰਸ਼ਰਨ ਸਿੰਘ ਨੇ, ਇਹ 'ਚ ਕੋਈ ਸ਼ੱਕ ਨਹੀਂ ਹੈ। ਹੋਰ ਲੋਕਾਂ ਦੇ ਵੀ ਲਿਖੇ ਹੋਣਗੇ, ਜਿਹਦੇ ਚੋਂ ਉਹ ਜਦੋਂ ਜਿਹੜਾ ਗੱਲ ਕਰਦੇ ਨੇ, ਇੱਕ ਨਾਟਕ ਸੀ ਅੱਖਾਂ। ਉਹਦੇ ਵਿੱਚ ਇੱਕ ਬੰਦੇ ਦੀ ਅੱਖਾਂ ਜਿਹੜੀਆਂ ਨੇ ਉਹ ਬੜਾ ਪ੍ਰਤੀਬੱਧ ਬੰਦਾ ਹੈ, ਉਹ ਚਾਹੁੰਦਾ ਕਿ ਮੇਰੀਆਂ ਅੱਖਾਂ ਹੋਰ ਕਿਸੇ ਵਰਗ ਦੇ ਬੰਦੇ ਨੂੰ ਨਾ ਲੱਗਣ, ਮੇਰੀਆਂ ਅੱਖਾਂ ਮਜ਼ਦੂਰ ਦੇ ਕਿਸੇ ਦੇ ਜਿਹੜਾ ਲੋੜਵੰਦ ਆ ਉਹ ਲੱਗਣ, ਤਾਂ ਕਿ ਉਹ ਅਗਲਾ ਭਵਿੱਖ ਮੈਂ ਇਹਨਾਂ ਅੱਖਾਂ ਦੇ ਨਾਲ ਦੇਖ ਸਕਾਂ। ਗੁਰਸ਼ਰਨ ਸਿੰਘ ਹੋਰਾਂ ਨੇ ਉਸ ਫਿਲਮ ਨੂੰ ਰੰਗਮੰਚ ਤੇ ਲਿਆਂਦਾ। ਇਵੇਂ ਹੀ ਖੇਤਾਂ ਵਾਲੇ ਵਿਹੜੇ ਵਾਲੇ, ਉਹ ਦਰਅਸਲ ਸੁਖਵੰਤ ਕੌਰ ਮਾਨ ਹੋਰਾਂ ਦੀ ਕਹਾਣੀ ਹੈ। ਅੱਡਿਆ ਹੋਇਆ ਹੱਥ ਸੀ ਕਹਾਣੀ ਦਾ ਨਾਮ, ਭਖੜੇ ਦੇ ਫੁੱਲ ਕਿਤਾਬ ਸੀ ਛੋਟੀ ਜੀ, ਉਹਦੇ 'ਚ ਗੁਰਸ਼ਰਨ ਭਾਜੀ ਹੋਰਾਂ ਨੇ ਛਾਪੀ। ਉਹ ਸਾਡੇ ਇੱਥੇ ਫਤਿਹਗੜ੍ਹ ਸਾਹਿਬ ਦੇ ਨੇੜੇ ਹੀ ਤਲਾਣੀਆਂ ਪਿੰਡ ਨੂੰ ਬਿਲੋਂਗ ਕਰਦੇ ਸੀਗੇ, ਤੇ ਉਹਨਾਂ ਦੀ ਕਹਾਣੀ ਦੇ ਵਿੱਚੋਂ ਉਹਨਾਂ ਨੇ ਇੱਕ ਮਾਘੀ ਦੀ ਕਹਾਣੀ ਕਹੀ। ਇਹ ਕੇਵਲ ਧਾਲੀਵਾਲ ਹੋਰਾਂ ਨੇ ਸਾਡੀ ਟੀਮ ਨੂੰ ਤਿਆਰ ਕਰਵਾਇਆ ਸੀਗਾ। ਇਸੇ ਤਰ੍ਹਾਂ ਬੇਰੁਜ਼ਗਾਰ ਜਿਹੜਾ ਹੈ, ਉਹ ਬੇਰੁਜ਼ਗਾਰਾਂ ਬਾਰੇ ਆ ਗੱਲ, ਜਿਹੜੇ ਆਪਾਂ ਚੌਂਕ ਦੇ ਵਿੱਚ ਬੈਠੇ ਹੁੰਦੇ ਹਾਂ ਕੂਚੀਆਂ ਰੱਖ ਕੇ, ਜਿਹਨਾਂ ਦਾ ਹੁੰਦਾ ਕਿ ਆਪਾਂ ਹਾਕ ਮਾਰ ਲਈਏ, ਹੈ ਨਾ। ਉਹ ਅਸਲ 'ਚ ਬੇਰੁਜ਼ਗਾਰਾਂ ਦੇ ਵਿੱਚ ਸਾਡੇ ਕੋਲ ਕੂਚੀ ਮਾਰਨ ਵਾਲਾ ਬੰਦਾ ਸੁਰਜੀਤ ਗਾਮੀਓ ਸੀਗਾ। ਉਹ ਚਲੋ ਉਹ ਕੂਚੀ ਵਾਲੇ ਜਿਹੜੇ ਨੇ, ਜਿਹੜੇ ਲੇਬਰ ਚੌਂਕ 'ਚ ਵੇਖਣ ਆਉਂਦੇ ਨੇ, ਉਹਨਾਂ ਦੀ ਕਹਾਣੀ ਗੁਰਸ਼ਰਨ ਭਾਜੀ ਨੇ ਛੋਟੇ ਜਿਹੇ ਨਾਟਕ 'ਚ ਕਹੀ। ਇਵੇਂ ਹੀ 21ਵੀਂ ਸਦੀ, ਅੱਜ ਮਈ ਦਿਵਸ ਹੈ, ਮੈਨੂੰ ਸਕ੍ਰਿਪਟ 'ਤੇ ਅਵੇਲੇਬਲ ਨਹੀਂ ਹੋ ਸਕੀ, ਉਹ ਕਰਿਆ ਸੀ ਇੱਕ ਵਾਰ ਉਹਨਾਂ ਨੇ। 21ਵੀਂ ਸਦੀ ਦੇ ਵਿੱਚ ਉਹ ਗੱਲ ਕਰਦੇ ਨੇ ਕਿ ਜਦੋਂ ਰੋਬੋਟ ਆ ਜਾਂਦਾ, ਜਦੋਂ ਹੋਰ ਮਸ਼ੀਨਰੀ ਆਉਂਦੀ ਹੈ, ਤਾਂ ਮਨੁੱਖ ਦੀ ਉਹ ਇੱਕ ਤਰ੍ਹਾਂ ਨਾਲ ਬਦਲ ਬਣਦੀ ਹੈ। ਇਸ ਦੇ ਵਿੱਚ ਮਨੁੱਖ ਦੀ ਤੇ ਮਸ਼ੀਨ ਦੀ ਕੀ ਰਿਸ਼ਤੇਦਾਰੀ ਹੋਣੀ ਚਾਹੀਦੀ ਹੈ। ਇਹ ਬੜਾ ਡਿਫਰੈਂਟ ਜਿਹਾ ਨਿੱਕਾ ਜਿਹਾ ਨਾਟਕ ਉਹਨਾਂ ਨੇ ਇਹ ਵੀ ਲਿਖਿਆ। ਹਾਂ, ਕੁਝ ਨਾਟਕ ਜਿਹੜੇ ਨੇ ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੇ ਚੱਲਦੇ ਸੀ, ਜੋ ਜਿਵੇਂ ਗੁਰਸ਼ਰਨ ਸਿੰਘ ਹੋਰਾਂ ਦੀ ਇੱਕ ਖੂਬੀ ਜਾਂ ਰਹੀ ਹੈ ਕਿ ਉਹ ਜੋ ਚੱਲ ਰਿਹਾ ਹੈ
ਵਰਤਾਰਾ ਸਮਾਜ ਦੇ ਵਿੱਚ ਉਹ 'ਤੇ ਕਮੈਂਟ ਕਰਦੇ ਨੇ, ਥੀਏਟਰ ਨੂੰ ਉਹਦੇ ਇਸਤੇਮਾਲ ਕਰਦੇ ਨੇ। ਜਿਵੇਂ ਕਮੀਆਂ ਦਾ ਵਿਹੜਾ, ਉਹ ਵੀ ਚੱਲ ਰਹੇ ਜਿਹੜਾ ਕਿਸਾਨੀ ਦਾ ਅਤੇ ਮਜ਼ਦੂਰਾਂ ਦਾ ਅਤੇ ਜਗੀਰਦਾਰ ਟਾਈਪ ਕਹਿ ਲਓ ਕਿ ਜਿਹੜੇ ਸਰਦਾਰੜੇ ਹੈ ਉਹਨਾਂ ਦੇ ਨਾਲ ਇੱਕ ਕਹਾਣੀ ਕਹਿੰਦੇ ਨੇ। ਇਵੇਂ ਹੀ ਉਹ ਫਿਰ ਬਹੁਤ ਵਾਰ ਗੱਲ ਕਹਿਣ ਲਈ ਕਹਾਣੀਆਂ ਦੀ ਸ਼ਰਨ 'ਚ ਜਾਂਦੇ ਨੇ, ਕਿਉਂਕਿ ਫਸਟ ਹੈਂਡ ਅਨੁਭਵ ਇਹ ਸਾਡੇ 'ਚ ਬਹੁਤ ਸਾਰਿਆਂ ਦਾ ਨਹੀਂ ਹੈ, ਓਨੈਸਟਲੀ ਸਪੀਕਿੰਗ, ਕਿ ਉਹ ਫਿਰ ਕ੍ਰਿਸ਼ਨ ਚੰਦਰ ਦੀ ਕਹਾਣੀ ਅੰਨਦਾਤਾ ਲੈਂਦੇ ਨੇ ਅਤੇ ਉਹਦੇ 'ਤੇ ਇੱਕ ਨਾਟਕ ਸਿਰਜਦੇ ਨੇ, ਮੁੱਠੀ ਭਰ ਚੌਲ। ਉਹ ਬਲਦੇਵ ਸਿੰਘ ਦੀ ਕਹਾਣੀ ਲੈਂਦੇ ਨੇ, ਸਵੇਰੇ ਦੀ ਲੋ, ਮੋਗੇ ਵਾਲੇ ਬਲਦੇਵ ਸਿੰਘ ਦੀ, ਉਹ ਆਪ ਵੀ ਨਾਟਕਕਾਰ ਨੇ ਬਹੁਤ ਅੱਛੇ। ਉਹ ਸਵੇਰੇ ਦੀ ਲੋ ਨਾਮ ਦਾ ਹੀ ਨਾਟਕ ਲਿਆਉਂਦੇ ਨੇ ਕਿ ਪੇਂਡੂ ਜ਼ਿੰਦਗੀ 'ਚ ਮਜ਼ਦੂਰ ਕਿੱਥੇ ਹੈ। ਜਦੋਂ ਮੋਹਨ ਲਾਲ ਫਲੌਰੀਆ ਕਹਾਣੀ ਲਿਖਦੇ ਆ ਮੋਚੀ ਦਾ ਪੁੱਤ, ਗੁਰਸ਼ਰਨ ਭਾਜੀ ਉਹਦੇ 'ਤੇ ਨਾਟਕ ਬਣਾਉਂਦੇ ਨੇ। ਇਸ ਤਰ੍ਹਾਂ ਗੁਰਸ਼ਰਨ ਭਾਜੀ ਦੇ ਨਾਟਕਾਂ ਦਾ ਸਿਲਸਿਲਾ ਤੁਰਦਾ ਹੈ ਅਤੇ ਉਹ ਆਪਣੀ ਜਿਹੜੀ ਰਚਨਾ ਹੈ, ਆਪਣੀ ਜਿਹੜੀ ਸਿਰਜਣਾ ਹੈ, ਉਹ ਕੋਸ਼ਿਸ਼ ਕਰ ਰਹੇ ਨੇ, ਔੜ ਰਹੇ ਨੇ। ਬੇਸ਼ੱਕ ਗੁਰਸ਼ਰਨ ਸਿੰਘ ਹੋਰਾਂ ਦਾ ਨਿੱਜੀ ਅਨੁਭਵ ਬੜਾ ਇੱਕ ਇਮੋਸ਼ਨਲ ਜਿਹਾ ਰਿਲੇਸ਼ਨ ਰੱਖਣਾ ਹੋਰ ਗੱਲ ਹੁੰਦੀ ਹੈ, ਨਿੱਜੀ ਅਨੁਭਵ ਇਸ ਜਮਾਤ ਨਾਲ ਬਹੁਤਾ ਨਹੀਂ ਸੀ ਬਣ ਸਕਿਆ। ਜੇ ਥੋੜ੍ਹਾ ਇਹ ਤੋਂ ਬਾਹਰ ਜਾ ਕੇ ਦੇਖੀਏ, ਪਾਕਿਸਤਾਨ ਦੇ 2 ਨਾਟਕ, ਇੱਕ ਸ਼ਾਹਿਦ ਨਦੀਪ ਹੋਰਾਂ ਦਾ, ਉਹ ਅਜੇ ਗੁਰਮੁਖੀ ਦੇ ਵਿੱਚ ਨਹੀਂ ਛਪਿਆ, ਇੱਟ, ਉਹਦੇ 'ਚ ਉਹ ਭੱਠਾ ਮਜ਼ਦੂਰਾਂ ਦੀ ਜ਼ਿੰਦਗੀ ਦੀ ਗੱਲ ਕਰਦੇ ਨੇ। ਉਹ ਭੱਠਾ ਮਜ਼ਦੂਰਾਂ ਉਹ ਵੀ ਉਹ ਜਮਾਤ ਹੈ ਜਿਹਦੇ ਕੋਲ ਬਹੁਤ ਵਸਟ ਹਾਲਤਾਂ ਦੇ ਵਿੱਚ ਰਹਿ ਰਹੇ ਨੇ। ਉਹ ਦੁਨੀਆ ਵੀ ਇੱਕ ਅਲੱਗ ਦੁਨੀਆ ਹੈ। ਇਸਾਕ ਮੁਹੰਮਦ ਮੁਸੱਲੀ ਨਾਟਕ ਸਿਰਜਦੇ ਨੇ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ, ਮਸ਼ੀਨ ਦੀ ਜ਼ਿਕਰ ਹੋਇਆ ਕਿ ਸਫਦਰ ਹਾਸ਼ਮੀ ਹੋਰੀ, ਸਫਦਰ ਹਾਸ਼ਮੀ ਹੋਰਾਂ ਦੀ ਇਹ ਸੀਗੀ ਕਿ ਉਹ ਆਪਣੀ ਜਨ ਨਾਟਿਆ ਮੰਚ ਵੱਲੋਂ ਮਜ਼ਦੂਰਾਂ ਦੀਆਂ ਬਸਤੀਆਂ ਜਾ ਕੇ ਉਹਨਾਂ ਦੀ ਜਿਹੜਾ ਹੈਗਾ ਸ਼ਹਾਦਤ ਵੀ ਨਾਟਕ ਕਰਦਿਆਂ ਦੀ ਇਸੇ ਤਰ੍ਹਾਂ ਹੋਈ ਹੈ। ਉਹ ਇੱਕ ਕਮਿਟਡ ਸੀ ਉਸ ਵਰਗ ਲਈ, ਉਹ ਮਸ਼ੀਨ ਨਾਟਕ ਲਿਖਦੇ ਨੇ। ਮੈਂ ਇੱਕ ਅੱਗੇ ਜੇ ਇਹਨੂੰ ਤੋਰੀਏ ਤਾਂ ਇਹ ਹੈ ਕਿ ਇਸ ਸਬਜੈਕਟ ਦੇ ਉੱਤੇ ਜਿਹੜਾ ਪਰਸਨਲ ਅਨੁਭਵ ਹੈ ਉਹਦਾ ਬਹੁਤ ਵੱਡਾ ਮੈਂ ਰੋਲ ਗਿਣਦਾ। ਪਰਸਨਲ ਅਨੁਭਵ ਇਨ ਦੀ ਸੈਂਸ, ਮੰਨ ਲਓ ਚਲੋ ਕਿ ਇੱਕ ਵਾਰ ਬਹੁਤ ਦੇਰ ਪਹਿਲਾਂ ਦੀ ਗੱਲ ਹੈ ਕਿ ਮੈਂ ਨਵਾਂ ਟੀਚਰ ਲੱਗਿਆ ਸੀਗਾ ਅਤੇ ਆਪਣੀ ਹੁੰਦਾ ਪਰਮਾ ਰੰਗ ਮੰਚ ਦੇ ਨਾਲ ਵੀ ਉਦੋਂ ਹੀ ਟੁੱਟ ਗਿਆ ਸੀ, ਬੜੀ ਪੁਰਾਣੀ ਗੱਲ ਹੈ, 80s ਦੀ ਕਿਤੇ। ਅਸੀਂ ਇਹ ਸੋਚਿਆ ਕਿ ਮਜ਼ਦੂਰਾਂ ਦੀ ਜ਼ਿੰਦਗੀ 'ਤੇ ਗੀਤ ਲਿਖਣਾ ਚਾਹੀਦਾ ਹੈ। ਮਜ਼ਦੂਰ ਦਾ ਮਤਲਬ ਹੈਗਾ ਸਰਬਹਾਰਾ। ਸਾਡੇ ਕੋਲ ਸਰਬਹਾਰਾ ਸੀਗੇ ਮੰਡੀ ਗੋਬਿੰਦਗੜ੍ਹ 'ਚ, ਅਤੇ ਮੈਂ ਗਰਮੀ ਦੀਆਂ ਛੁੱਟੀਆਂ ਜੂਨ ਦੇ ਵਿੱਚ ਹੋਈਆਂ ਅਤੇ ਮੈਂ ਜਾ ਕੇ ਮਿੱਲ ਦੇ ਵਿੱਚ 10 ਕੁ ਦਿਨ ਲਾਏ। ਮਜ਼ਦੂਰ ਵਜੋਂ ਭਰਤੀ ਹੋ ਗਿਆ, ਨਾਲ ਮੁੰਡੇ ਹੋਰ ਜਾਂਦੇ ਸੀਗੇ ਅਤੇ ਅਸੀਂ ਉੱਥੇ, ਅਤੇ ਸੱਚੀ 10 ਦਿਨਾਂ ਦੇ ਵਿੱਚ ਤਰਾਹ ਕੱਢ ਦਿੱਤਾ ਜ਼ਿੰਦਗੀ ਨੇ। ਸਾਡੀ ਤਾਂ ਜੋਬ ਫਿਰ ਵੀ ਸੌਖੀ ਸੀਗੀ। ਜਿਹੜੇ ਉੱਥੇ ਬੈਠੇ ਸੀ, ਜਿਹੜੇ ਉੱਥੇ ਉਹ ਕੰਮ ਕਰਦੇ ਸੀ ਭੱਠੀਆਂ ਦੇ ਮੂਹਰੇ ਬਾਉਂਡਰੀਜ਼ ਦੇ ਵਿੱਚ, ਉਹ ਤਾਂ ਆਏ ਸੀਗੇ ਕਿ ਕਿਵੇਂ ਜਿਉਂ ਲੈਂਦੇ ਨੇ। ਉਦੋਂ ਉਹ ਸਾਰੀ ਜ਼ਿੰਦਗੀ ਨੂੰ ਮੈਂ ਕਲਮਬੰਦ ਕੀਤਾ ਸੀਗਾ। ਉਹ ਇੱਕ ਗੀਤ ਬਣ ਸਕਿਆ ਕਿ ਫੈਕਟਰੀਆਂ ਵਿੱਚ ਮਿੱਲਾਂ ਨਾਲ ਜਕੜੇ ਮਜ਼ਦੂਰਾਂ ਦੀ ਇਹ ਹੈ ਦਰਦ ਕਹਾਣੀ, ਮਿੱਲਾਂ ਦੇ ਮਜ਼ਦੂਰਾਂ ਦੀ। ਉਹ ਫਿਰ ਉਹ ਟੋਟਲ ਉਸ ਲਾਈਫ ਨੂੰ ਇੱਕ ਕਰਿਆ। ਅਸੀਂ ਬਹੁਤ ਵਾਰ ਇਹ ਮੰਨ ਲੈਂਦੇ ਹਾਂ ਕਿ ਮਜ਼ਦੂਰਾਂ ਦਾ ਕੌਮਾਂਤਰੀ ਗੀਤ ਜਿਹੜਾ ਯੂਜੇਨ ਪਿਓਤੀਆ ਨੇ ਲਿਖਿਆ, ਸੁਖਪਾਲ ਸੰਘੇੜਾ ਨੇ ਟਰਾਂਸਲੇਟ ਕੀਤਾ ਸੀ, ਪਲਸ ਮੰਚ ਵੱਲੋਂ ਬੜਾ ਗਾਉਂਦੇ ਖੇਡਦੇ ਰਹੇ। ਉਹ ਕੀ ਹੈ ਕਿ ਉਹਦੇ ਵਿੱਚ ਉਸ ਸਮੇਂ ਦੀ ਕ੍ਰਾਂਤੀ ਦੀ ਜਿੱਤ ਦੇ ਵਿੱਚ ਯਕੀਨ ਰੱਖਣ ਦਾ ਹੈ ਕਿ ਅਸੀਂ ਮੁਕਤ ਹੋਵਾਂਗੇ ਇਸ ਗੁਲਾਮੀ ਦੇ ਜਿਹੜਾ ਪੂਰਾ ਸਿਸਟਮ ਹੈਗਾ। ਬਹੁਤ ਅੱਛਾ ਗੀਤ ਹੈ, ਪਰ ਉਹ ਸਾਡੀ ਜ਼ਿੰਦਗੀ ਦਾ ਉਵੇਂ ਤਰਜਮਾਨ ਨਹੀਂ ਸੀ ਬਣ ਸਕਣਾ, ਨਾ ਬਣਿਆ। ਕੁਛ ਗੀਤ ਹੋਰ ਲਿਖੇ ਗਏ ਇਸੇ ਤਰ੍ਹਾਂ। ਪੇਂਡੂ ਜ਼ਿੰਦਗੀ ਨਾਲ ਸਾਡਾ ਅਨੁਭਵ ਫਿਰ ਵੀ ਰਿਹਾ,
ਫਿਰ ਵੀ ਰਿਹਾ, ਪਰ ਸਾਡਾ ਅਨੁਭਵ ਜਿਹੜਾ ਹੈਗਾ ਉਹ ਫੈਕਟਰੀ ਵਰਕਰਸ ਦੇ ਨਾਲ, ਸਰਬਹਾਰਾ ਵਰਗ ਨਾਲ ਨਹੀਂ ਰਿਹਾ। ਅਸੀਂ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਜਾਂ ਕਿਸੇ ਨੇ ਕਹਾਣੀ ਲਿਖ ਲਈ, ਉਹ ਕਹਾਣੀ ਦੇ ਉੱਤੇ ਤਾਂ ਜ਼ਰੂਰ ਕਰਕੇ ਚੱਲਦੇ ਰਹੇ, ਪਰ ਅਸੀਂ ਇਹਨੂੰ ਇੱਕ ਸਮਗਰ ਰੂਪ ਦੇ ਵਿੱਚ ਇਸ ਨੂੰ ਆਪਣੀ ਰੰਗਮੰਚ ਲਈ ਪਕੜ ਨਹੀਂ ਸਕੇ ਹਾਂ। ਇਹ ਗੱਲ ਤਸਲੀਮ ਕਰ ਲੈਣੀ ਚਾਹੀਦਾ ਬਤੌਰ ਰੰਗਕਰਮੀ। ਮੈਂ ਤਾਂ ਵੀ ਇਸ ਨੂੰ ਮੰਨਦਾ ਹਾਂ। ਦੋ ਨਾਟਕ ਤੁਸੀਂ, ਤੁਹਾਨੂੰ ਚੰਗਾ ਲੱਗੂਗਾ, ਇਹ ਵੀ ਨਹੀਂ ਕਿ ਸਭ ਕੁਝ ਖਤਮ ਹੈ, ਜਾਂ ਸਭ ਕੁਝ ਤਾਂ ਕਿਉਂ ਖਤਮ ਹੈ, ਲਿਖਿਆ ਜਾ ਰਿਹਾ ਹੈ, ਉਨਾ ਨਹੀਂ ਲਿਖਿਆ ਜਾ ਰਿਹਾ ਜਿੰਨਾ ਲਿਖਿਆ ਜਾਣਾ ਚਾਹੀਦਾ। ਤੁਹਾਡੇ 'ਚ ਬਹੁਤ ਸਾਰਿਆਂ ਨੇ ਲੋਹੇ ਦੀ ਭੱਠੀ ਨਾਟਕ ਦੇਖਿਆ ਹੋਊਗਾ। ਉਹ ਨਾਟਸ਼ਾਲਾ ਵਾਲੇ ਜਤਿੰਦਰ ਬਰਾੜ ਨੇ ਨਾ, ਅੰਮ੍ਰਿਤਸਰ, ਉਹਨਾਂ ਨੇ ਲਿਖਿਆ। ਉਹ ਆਪ ਇੰਜੀਨੀਅਰ ਸੀਗੇ, ਫੈਕਟਰੀ ਦੀ ਜ਼ਿੰਦਗੀ ਨੂੰ ਉਹਨਾਂ ਨੇ ਬੜਾ ਨੇੜਿਓਂ ਦੇਖਿਆ। ਉਹਨਾਂ ਨੇ ਸਾਰੀ ਉਹਦਾ ਇੱਕ ਉਹਦਾ ਸਟਰਗਲ, ਉਹਨਾਂ ਦੀ ਲਾਈਫ, ਦੋਹਾਂ ਨੂੰ ਮਿਲਾ ਕੇ ਇੱਕ ਬਹੁਤ ਵੱਡਾ, ਬਹੁਤ ਖੂਬਸੂਰਤ ਨਾਟਕ ਕੀਤਾ। ਉਹਨੂੰ ਰੰਗਮੰਚ 'ਤੇ ਮੈਂ ਵੀ ਖੇਡਿਆ, ਕੇਵਲ ਹੋਰਾਂ ਨੇ, ਨਰਿੰਦਰ ਸਾਂਘੀ ਹੋਰਾਂ ਨੇ ਬਹੁਤ ਖੂਬਸੂਰਤੀ ਨਾਲ ਖੇਡਿਆ। ਔਰ ਉਹ ਨਾਟਕ ਜਿਹੜਾ ਹੈ, ਮੈਨੂੰ ਲੱਗਦਾ ਕਿ ਪੰਜਾਬੀ ਭਾਸ਼ਾ ਦਾ ਇੱਕ ਮੌਲਿਕ ਨਾਟਕ ਦੇ ਤੌਰ 'ਤੇ ਸਰਬਹਾਰਾ ਵਰਗ ਦੀ ਜੇ ਪ੍ਰਤੀਨਿਧਤਾ ਕਰਦਾ ਨਾਟਕ, ਮੇਰੀ ਸੀਮਾ ਹੋ ਸਕਦੀ ਹੈ ਗੁਸਤਾਖੀ ਮਾਫ਼, ਉਹ ਮੈਨੂੰ ਅੱਛਾ ਲੱਗਿਆ। ਇੱਕ ਹੋਰ ਨਾਟਕ ਹੈ ਜਿਹੜਾ ਆਇਆ ਤਾਂ ਥੋੜ੍ਹਾ ਬਾਹਰੋਂ ਹੀ ਹੈ, ਉਹ ਸੀ ਬਹੁਤ ਕਲਾਸਿਕ ਹੈਗਾ, ਮੈਕਸਿਮ ਗੋਰਕੀ ਦੀ ਕਿਤਾਬ ਹੈ, ਨਾਵਲ ਹੈ, ਮਾਂ ਨਾਟਕ ਦੇ ਉੱਤੇ ਮੇਰੀ ਜਾਣਕਾਰੀ ਮੁਤਾਬਕ ਗੁਰਸ਼ਰਨ ਸਿੰਘ ਹੋਰਾਂ ਨੇ ਇੱਕ ਸਕ੍ਰਿਪਟ ਲਿਖੀ। ਕੇਵਲ ਧਾਲੀਵਾਲ ਹੋਰਾਂ ਨੇ, ਕਿਉਂਕਿ ਉਹਨਾਂ ਦਾ ਅੰਦਾਜ਼ ਥੋੜ੍ਹਾ ਅਲੱਗ ਹੈ, ਉਹਨਾਂ ਨੇ ਸਕ੍ਰਿਪਟ ਲਿਖੀ, ਅਤੇ ਮੈਂ ਸੰਗੀਤਾ ਗੁਪਤਾ ਦੀ ਪੇਸ਼ਕਾਰੀ ਵੀ ਦੇਖੀ ਆ। ਉਹ ਕਿਉਂਕਿ ਉਹ ਨਾਵਲ ਜਿਹੜਾ ਹੈ, ਉਹਦਾ ਨਾਇਕ ਪਾਵੇਲ, ਜਾਂ ਉਹ ਸਾਰੀ ਜਿਹੜੀ ਮਾਂ ਹੈ, ਉਹਨਾਂ ਮਜ਼ਦੂਰਾਂ ਦੀ ਜ਼ਿੰਦਗੀ ਦੀ ਬਾਤ ਪਾਉਂਦਾ ਨਾਵਲ ਹੈ ਨਾ। ਅਸੀਂ ਜਦੋਂ ਗੱਲ ਕਰਨੀ ਹੁੰਦੀ ਹੈ ਤਾਂ ਅਸੀਂ ਮਾਂ ਵੱਲ ਨੂੰ ਝਾਕਦੇ ਹਾਂ। ਕਿਉਂ? ਇਹਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਸਾਡੇ ਕੋਲ ਇਸ ਵਰਗ ਲਈ ਲਿਖਿਆ ਹੋਇਆ ਨਾਵਲ ਕਹਾਣੀਆਂ ਦਾ ਵੀ ਇੱਕ ਸੰਕਟ ਹੈ, ਇੱਕ ਘਾਟ ਹੈ, ਇੱਕ ਕਾਲ ਹੈ। ਇਹ ਸੰਕਟ ਕਿਉਂ? ਮੈਂ ਬੜੀ ਵਾਰ ਇਹ ਸੋਚਦਾ ਕਿ ਸੰਕਟ ਦਾ ਕਾਰਨ ਕੀ ਹੈ। ਮੇਰਾ ਆਪਣਾ ਇਸ ਤਰ੍ਹਾਂ ਦਾ ਪ੍ਰਭਾਵ ਹੈ, ਆਈ ਡੋਂਟ ਨੋ ਕਿ ਤੁਸੀਂ ਕਿਵੇਂ ਸੋਚਦੇ ਹੋ। ਇਹ ਪ੍ਰਭਾਵ ਹੈ ਕਿ ਸਾਡੀ ਜਿਹੜੀ ਲਾਈਫ ਹੈ, ਪੰਜਾਬ ਦੇ ਸਿਰਜਕਾਂ ਦੀ ਜਿਹੜੀ ਲਾਈਫ ਹੈ, ਉਹ ਲਾਈਫ ਜਿਹੜੀ ਹੈ ਉਹ ਉਸ ਵਰਗ ਦੇ ਨਾਲ ਇੱਕ ਤਰ੍ਹਾਂ ਨਾਲ 57 ਰੱਖਦੀ ਹੈ। ਦੂਜਾ ਕਿ ਸਾਨੂੰ, ਸਾਡੇ ਨਾਟਕਾਂ ਨੂੰ ਕਰਾਉਣ ਵਾਲੇ ਲੋਕ ਕੌਣ ਨੇ, ਜਿਹੜੇ ਕਹਿਣ ਕਿ ਮਜ਼ਦੂਰਾਂ ਦਾ ਨਾਟਕ ਲੈ ਕੇ ਆਓ। ਪੰਜਾਬ ਦੇ ਵਿੱਚ ਜਿਹੜਾ ਕੰਮ ਢੰਗ ਇਸ ਤਰ੍ਹਾਂ ਦਾ ਰਿਹਾ ਹੈ, ਉਹ ਲੋਕ ਜਿਹੜੇ ਇਸ ਜਮਾਤ ਦੇ ਨੁਮਾਇੰਦੇ ਹੋਣੇ ਚਾਹੀਦੇ ਸੀਗੇ, ਜਾਂ ਹੈਗੇ ਨੇ, ਜਾਂ ਕਹਾਉਂਦੇ ਨੇ, ਉਹਨਾਂ ਦੀ ਜਿਹੜੀ ਪਹੁੰਚ ਹੈ ਉਹ ਰਹੀ ਹੈ ਕਿ ਅਸੀਂ ਵਿਦਿਆਰਥੀ ਵਰਗ ਨੂੰ ਕੇਂਦਰਿਤ ਕਰਕੇ ਆਪਣਾ ਕੰਮ ਅੱਗੇ ਵਧਾਉਣਾ ਹੈ। ਉਸ ਤੋਂ ਬਾਅਦ ਨੌਜਵਾਨ ਭਾਰਤ ਸਭਾ ਕਰਨੀ ਹੈ, ਮੁਲਾਜ਼ਮਾਂ ਦੇ ਵਿੱਚ ਅਧਿਆਪਕ ਜਥੇਬੰਦੀਆਂ 'ਚ ਕੰਮ ਕਰਨਾ ਹੈ, ਮੁਲਾਜ਼ਮ ਜਥੇਬੰਦੀਆਂ 'ਚ ਕੰਮ ਕਰਨਾ ਹੈ। ਇਹ ਸਾਰਾ ਮੱਧ ਵਰਗ ਹੈ। ਫਿਰ ਜੇ ਅਸੀਂ ਜਾਂਦੇ ਵੀ ਹਾਂ ਤਾਂ ਅਸੀਂ ਕਿਸਾਨ ਜਥੇਬੰਦੀਆਂ, ਕਿੰਨੀਆਂ ਸਾਰੀਆਂ ਤਾਂ ਸਾਡੀਆਂ ਕਿਸਾਨ ਯੂਨੀਅਨਾਂ ਹੈਗੀਆਂ ਨੇ, ਉਹਨਾਂ 'ਚ ਕੰਮ ਕਰਨਾ ਹੈ। ਜਿਹੜੀਆਂ ਮਜ਼ਦੂਰ ਯੂਨੀਅਨਾਂ ਨੇ ਉਹ ਵੀ ਬਹੁਤ ਥੋੜ੍ਹੀਆਂ ਨੇ, ਜਾਂ ਇਹ ਸਮਝ ਲਓ ਕਿ ਪਲੇਟਫਾਰਮ ਜ਼ਿਆਦਾ ਨੇ, ਕੰਮ ਹੈ ਨਹੀਂ, ਘੱਟ ਹੈ, ਬਹੁਤ ਘੱਟ ਹੈ। ਸੋ ਸਾਡੇ ਕੰਮ ਦੀ ਓਰੀਐਂਟੇਸ਼ਨ ਜਿਹੜੀ ਹੈ ਉਹ ਬੜੀ ਮਹੱਤਵਪੂਰਨ ਹੈ ਕਿ ਜਿਨ੍ਹਾਂ ਲੋਕਾਂ ਨੇ ਇਹਨਾਂ ਨਾਟਕਾਂ ਨੂੰ ਬੁਲਾ ਕੇ ਕਹਿਣਾ ਸੀਗਾ ਕਿ ਸਾਡੀ ਜ਼ਿੰਦਗੀ 'ਤੇ ਨਾਟਕ ਕਰੋ, ਅਸੀਂ ਉਹਨਾਂ 'ਚ ਜਾ ਹੀ ਨਹੀਂ ਰਹੇ। ਅਸੀਂ ਬਹੁਤ ਵਾਰ ਇਹ ਹੈ
ਕਿ ਇੱਕ ਮੋਟਾ ਜਿਹਾ ਇਹ ਬਣਾ ਲਿਆ ਕਿ ਕਿਸਾਨ ਮਜ਼ਦੂਰ ਏਕਤਾ, ਇੱਦਾਂ ਏਕਤਾ ਹੁੰਦੀ ਵੀ ਨਹੀਂ ਹੈ। ਖੈਰ ਚਲੋ ਇਹ ਇੱਕ ਅਲੱਗ ਵਿਸ਼ਾ ਹੈ। ਅਸੀਂ ਇਹ ਬਣਾ ਲਿਆ ਕਿ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ। ਹੁਣ ਜਿਹੜੇ ਸੀਰੀ ਸੀਗੇ ਉਹ ਵੈਸੇ ਹੀ ਪੰਜਾਬ ਦੇ ਵਿੱਚ ਸੀਰ ਦਾ ਕਨਸੈਪਟ ਜਿਹੜਾ ਹੈ ਉਹ ਉਵੇਂ ਨਹੀਂ ਰਿਹਾ, ਤੇ ਉਹ ਸਾਂਝ ਵੀ ਨਹੀਂ ਰਹੀ, ਤੇ ਉਹ ਕਿੰਨੀ ਕੁ ਗਿਣਤੀ 'ਚ ਹੈ, ਜਦ ਕਿ ਮਜ਼ਦੂਰ ਬਹੁਤ ਵੱਡੀ ਗਿਣਤੀ 'ਚ ਹੈ। ਸਾਡੇ ਲੋਕਾਂ ਦਾ ਕੀ ਸਿਸਟਮ ਹੈ ਕਿ ਅਸੀਂ ਆਪਣੇ ਬੰਦੇ ਹੈ ਨਾ, ਪੰਜਾਬੀਆਂ, ਅਸੀਂ ਆਪਣੇ ਬੰਦਿਆਂ ਨਾਲ ਤਾਂ ਸੰਬੰਧ ਥੋੜ੍ਹਾ ਬਹੁਤ ਰੱਖਦੇ ਹਾਂ, ਕਿਉਂਕਿ ਜਿਹੜੇ ਉਹ ਸਰਬਹਾਰਾ ਵਰਗ ਜਿਹਨੂੰ ਕੁਲਦੀਪ ਹੋਰਾਂ ਨੇ ਲਿਖਿਆ ਹੈ, ਉਹ ਸਾਡੇ ਪੰਜਾਬ ਨਾਲ ਸੰਬੰਧਿਤ ਬਹੁਤ ਘੱਟ ਨੇ, ਆਟੇ 'ਚ ਨੂਣ ਵੀ ਨਹੀਂ। ਉਹ ਵਿਚਾਰੇ ਪ੍ਰਵਾਸੀ ਨੇ, ਬਾਹਰੋਂ ਆ ਕੇ ਕਿੰਨੀਆਂ ਕਿੰਨੀਆਂ ਹਾਲਤਾਂ ਦੇ ਵਿੱਚ ਰਹਿੰਦੇ ਨੇ। ਅਸੀਂ ਉਹਨਾਂ ਦੇ ਅੰਦਰ ਨਹੀਂ ਵੜਦੇ, ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਹ ਕਹਿ ਦਿੱਤਾ ਕਿ ਹਾਂ ਇਹ ਵਰਗ ਹੈ ਮਜ਼ਦੂਰਾਂ ਦਾ, ਅਸੀਂ ਆਪਣਾ ਕੰਮ ਕਿਤੇ ਹੋਰ ਕਰ ਰਹੇ ਹਾਂ। ਮੈਂ ਨਿੱਜੀ ਅਨੁਭਵ ਵੀ ਸ਼ੇਅਰ ਕਰ ਸਕਦਾ ਹਾਂ ਕਿ ਕੰਮ ਕਰਦਿਆਂ ਮੈਂ ਤਰਕਸ਼ੀਲ ਸੁਸਾਇਟੀ ਦਾ ਇੱਕ ਨਾਟਕ ਗੁਰਸ਼ਰਨ ਸਿੰਘ ਹੋਰਾਂ ਤੋਂ ਲਿਖਵਾਇਆ, ਤੇ ਉਹ ਅਸੀਂ ਖੇਡਣ ਲੱਗ ਗਏ। ਬਹੁਤ ਸ਼ੋਅ ਕੀਤੇ, ਫਿਰ ਤਰਕਸ਼ੀਲਾ ਨੇ ਵੀ ਇਹਦਾ ਵੀ ਲਿਖੋ, ਐਂ ਵੀ ਕਰੋ, ਉਹ ਵੀ ਲਿਖੋ, ਆਹ ਵੀ ਲਿਖੋ। ਅੱਛਾ, ਜਦੋਂ ਕ੍ਰਾਂਤੀਕਾਰੀ ਖੇਤਰ ਦੇ ਵਿੱਚ ਜਾਣਾ, ਉਹਨਾਂ ਨੇ ਆਪਣੇ ਕਹਿਣੇ ਵੀ ਇਹੋ ਜਿਹਾ ਨਾਟਕ ਹੋਣਾ ਚਾਹੀਦਾ। ਅਸੀਂ ਅਸਲ ਦੇ ਵਿੱਚ ਜਿਵੇਂ ਅਗਲਾ ਜਿਹੜੇ ਕਰਾਉਣਾ ਚਾਹੁੰਦੇ ਨੇ, ਇਹ ਜਿਹੜੇ ਗੁਰਸ਼ਰਨ ਸਿੰਘ ਦੇ ਮੈਂ ਨਾਟਕਾਂ ਦੀ ਵੀ ਗੱਲ ਕੀਤੀ ਹੈ, ਬਹੁਤ ਸਾਰਿਆਂ ਨੇ ਨਹੀਂ ਦੇਖੇ ਹੋਣੇ, ਕਿਉਂਕਿ ਉਹਨਾਂ ਦੇ ਸ਼ੋਅ ਬਹੁਤ ਘੱਟ ਹੋਏ ਨੇ, ਕਿਨੇ ਨਹੀਂ ਕਰਾਏ, ਕਿਉਂਕਿ ਉਹਨਾਂ ਦੀ ਦਿਲਚਸਪੀ ਨਹੀਂ ਹੈ। ਅਸੀਂ ਪਰਦਾ ਚਾਕ ਕਰਨ 'ਚ ਵੱਧ ਯਕੀਨ ਰੱਖਦੇ ਹਾਂ। ਅਸੀਂ ਕਹਿੰਦੇ ਹਾਂ ਕਿ ਮਤਲਬ ਇਹਨਾਂ ਨੂੰ ਨੰਗੇ ਕਰ ਦਿਓ। ਅਸਲ 'ਚ ਇਹ ਤਰੀਕਾ ਨਹੀਂ ਹੈ ਚੀਜ਼ਾਂ ਨੂੰ ਸਮਝਣਾ, ਉਹਨੂੰ ਸਾਹਿਤ ਦੇ ਵਿੱਚ ਲੈ ਕੇ ਆਉਣਾ, ਉਹਨਾਂ ਦੇ ਵਰਗਾਂ ਦੀ ਪ੍ਰਤੀਨਿਧਤਾ ਕਰਨੀ। ਮੇਰਾ ਖਿਆਲ ਹੈ ਕਿ ਇਹ ਬਹੁਤ ਜ਼ਰੂਰੀ ਹੈ। ਅਤੇ ਰੰਗਮੰਚ ਗੱਲ ਬਹੁਤ ਹੋ ਸਕਦੀ ਹੈ, ਕਿਉਂਕਿ ਅਨੁਭਵ ਦੇ ਵੀ ਹਿਸਾਬ ਨਾਲ ਵੀ ਆਪਾਂ ਗੱਲ ਕਰ ਸਕਦੇ ਹਾਂ, ਫਿਰ ਵੀ ਸਮੇਂ ਦੀ ਇੱਕ ਸੀਮਾ ਹੈ। ਮੈਂ ਇਹ ਮਹਿਸੂਸ ਕਰਦਾ ਕਿ ਜਿਹੜੇ ਵਰਗ ਦੀ ਗੱਲ ਤੁਸੀਂ ਅੱਜ ਛੇੜੀ ਹੈ, ਉਹ ਵਰਗ ਇਸ ਸਮਾਜਿਕ ਸੈਟਅਪ ਦਾ ਸਭ ਤੋਂ ਮਹੱਤਵਪੂਰਨ ਵਰਗ ਹੈ, ਸਭ ਤੋਂ ਸ਼ੋਸ਼ਿਤ ਵਰਗ ਹੈ, ਸਭ ਤੋਂ ਵੱਧ ਇਨਕਲਾਬੀ ਵਰਗ ਹੈ। ਉਹਦੇ 'ਤੇ ਮੈਂ 10-15 ਨਾਟਕਾਂ ਦਾ ਜ਼ਿਕਰ ਕੀਤਾ, ਤੁਸੀਂ 10-15 ਹੋਰ ਗਿਣਾ ਸਕਦੇ ਹੋ। ਸਾਡੀ ਕਹਾਣੀ ਜਿਹੜੀ ਹੈ ਬਹੁਤ ਦੂਰ ਤੱਕ ਨਹੀਂ ਜਾਊਗੀ। ਅਸੀਂ ਇਸ ਹਾਲਾਤ ਦੇ ਵਿੱਚ ਜਿਹੜੇ ਆਸ ਕਰਦੇ ਹਾਂ ਕਿ ਸਾਡੀ ਸੋਨੇ ਦੀ ਸਵੇਰ ਆਊਗੀ, ਉਹ ਜਿਹਨੇ ਲਿਆਉਣਾ ਹੈ ਉਹ ਤਾਂ ਤੁਹਾਡੇ ਰੰਗਮੰਚ। ਅਸੀਂ ਕਿੰਨੇ ਸਾਲ ਤੋਂ ਮੈਂ ਪਲਸ ਮੰਚ ਦੇ ਬਹੁਤ ਸਾਰੇ ਜ਼ਿੰਮੇਵਾਰੀਆਂ 'ਤੇ ਰਿਹਾ, ਜਨਰਲ ਸੈਕਟਰੀ, ਮੀਤ ਪ੍ਰਧਾਨ, ਲਗਭਗ ਸਾਰੀਆਂ ਜ਼ਿੰਮੇਵਾਰੀਆਂ ਤੋਂ 40 ਸਾਲ ਤੋਂ ਅਸੀਂ ਜੁੜੇ ਹੋਏ ਹਾਂ। ਮੈਂ ਇਹ ਕਹਿ ਲਵਾਂ ਕਿ ਸਾਡੇ ਕੋਲ ਇੱਕ ਦਿਨ ਲਈ ਤਾਂ ਕੋਈ ਨਾਟਕ ਆ ਜਾਵੇ, ਵੀ ਚਲੋ 1 ਮਈ ਨੂੰ ਖੇਡਦੇ, ਉੱਥੇ ਵੀ ਬਹੁਤ ਵਾਰ ਇੱਕ ਧੁੱਸ ਹੁੰਦੀ ਹੈ ਕਿ ਅਸੀਂ ਉਹ ਨਾਟਕ ਖੇਡੀਏ ਜਿਹੜਾ ਉੱਥੇ ਆਉਣ ਵਾਲੇ ਦੇਖਣ, ਤੇ ਦੇਖਣ ਤੋਂ ਬਾਅਦ ਉਹ ਨਾਟਕ ਜਿਹੜਾ ਹੈ ਉਹ ਪਬਲਿਕ ਨੂੰ ਸਪੋਂਸਰ ਕਰੇ, ਜਾਂ ਕਹਿ ਲਓ ਕਿ ਉਹ ਕਰਵਾਵੇ, ਤੇ ਅਸੀਂ ਅੱਗੇ ਤੁਰੀਏ। ਮਜ਼ਦੂਰ ਵਰਗ, ਇਹਨਾਂ ਜਿਨ੍ਹਾਂ ਲੋਕਾਂ ਨੇ ਲਿਖਿਆ, ਗੁਰਸ਼ਰਨ ਸਿੰਘ ਜੀ ਜਾਂ ਹੋਰ ਜਿੰਨੇ ਵੀ ਲੋਕਾਂ ਨੇ ਲਿਖਿਆ, ਉਹਨਾਂ ਨੂੰ ਜ਼ਰੂਰ ਪ੍ਰਣਾਮ ਹੈ। ਸਾਕ ਮੁਹੰਮਦ ਹੋਰਾਂ ਨੂੰ, ਸਾਹਿਬ ਆਪਣੇ ਨਦੀਮ ਹੋਰਾਂ ਨੂੰ, ਸ਼ਾਇਦ ਨਦੀਮ ਹੋਰਾਂ ਨੂੰ, ਜਾਂ ਜਿੰਨੇ ਵੀ ਲੋਕਾਂ ਨੇ ਕੰਮ ਕੀਤਾ, ਸਾਰੇ ਬਹੁਤ ਗ੍ਰੇਟ ਨੇ। ਪਰ ਯਾਰ ਉਹ ਰੰਗਮੰਚ ਜਿਹੜਾ ਹੈਗਾ, ਜੇ ਇਹਨੂੰ ਸਮਾਜਿਕ ਤਬਦੀਲੀ ਦਾ ਸਾਧਨ ਕਰਨਾ ਹੈ, ਤਾਂ ਸਮਾਜਿਕ ਤਬਦੀਲੀ ਦੀ ਸਭ ਤੋਂ ਵੱਡੀ ਕਾਰਕ ਜਮਾਤ ਦਾ ਗੈਰ ਹਾਜ਼ਰ ਹੋਣਾ, ਜਾਂ ਗੈਰ ਹਾਜ਼ਰ ਵਰਗੀ ਉਹ ਐਵੇਂ ਰਸਮੀ ਹਾਜ਼ਰੀ, ਇਹ ਇੱਕ ਗੁਸਤਾਖੀ ਤੋਂ ਵੱਡੀ ਗੱਲ ਹੈ, ਕ੍ਰਾਈਮ ਵੀ ਕਹਿ ਸਕਦੇ ਹੋ ਤੁਸੀਂ, ਨਾ ਮਾਫੀ ਜੋ ਕ੍ਰਾਈਮ ਹੈ। ਅਸੀਂ ਇਸ ਚੀਜ਼ ਨੂੰ ਹੋਰ ਉਭਾਰਨ ਦੀ
ਪ੍ਰੇਰਿਤ ਕਰਨ ਦੀ ਤੇ ਕੰਮ ਦੇ ਖੇਤਰ ਬਦਲਣ ਦੀ ਵੀ ਲੋੜ ਹੈ, ਜਿਹੜੀ ਇਹਨਾਂ ਨਾਟਕਾਂ ਨੂੰ ਕਿਤੇ ਨਾ ਕਿਤੇ ਸਪੋਰਟ ਕਰਨ ਵਾਲੀ ਜਨਤਾ ਹੈ। ਸੋ ਸਭ ਤੋਂ ਵੱਧ ਧੰਨਵਾਦ ਮਜ਼ਦੂਰ ਜਮਾਤ ਦਾ, ਜਿਹੜੀ ਸਾਡੀ ਹੋਪ ਹੈ। ਧੰਨਵਾਦ ਡਾਕਟਰ ਸਾਹਿਬ, ਡਾਕਟਰ ਸਤੀਸ਼ ਵਰਮਾ ਜੀ ਦਾ, ਡਾਕਟਰ ਕੁਲਦੀਪ ਦੀਪ ਜੀ ਦਾ, ਤੇ ਤੁਹਾਡਾ ਸਾਰੇ ਖੋਜੀਆਂ ਦਾ, ਜਿਨ੍ਹਾਂ ਨਾਲ ਜੁੜ ਕੇ ਹੋ ਸਕਦਾ ਅਸੀਂ ਬਹੁਤ ਸਾਰੀਆਂ ਹੋਰ ਨਵੀਆਂ ਗੱਲਾਂ ਅੱਜ ਸਿੱਖੀਏ। ਵਧੀਆ ਹੋ ਰਿਹਾ, ਜਿੰਨਾ ਕੁ ਹੋ ਰਿਹਾ ਵਧੀਆ ਹੋਣਾ ਚਾਹੀਦਾ, ਉਹਦੀ ਅਸੀਂ ਉਮੀਦ ਕਰਦੇ ਹਾਂ। ਤੇ 1 ਮਈ ਉਮੀਦ ਦਾ ਦਿਨ ਹੈ, ਕੱਲਾ ਰਟਨ ਮੰਤਰ ਦਾ ਦਿਨ ਨਾ ਬਣਾਓ, ਨਾਮ ਨਹੀਂ ਬਣ